ਹੈਲੋ ਗਾਇਜ਼, ਵੈਲਕਮ ਟੂ ਬੈਕ ਮਾਈ ਚੈਨਲ। ਅੱਜ ਅਸੀਂ ਕਰਨ ਜਾ ਰਹੇ ਹਾਂ ਭਾਈ ਗੁਰਦਾਸ ਜੀ ਦੀ ਲਿਖੀਆਂ ਹੋਈਆਂ ਕਵਿਤਾਵਾਂ ਜੋ ਕਿ ਗੁਰਮਤਿ ਕਾਵਿ ਦੇ ਅਧੀਨ ਹੈ। ਤਾਂ ਹੁਣ ਅਸੀਂ ਪਹਿਲੀ ਕਵਿਤਾ ਪੜ੍ਹਾਂਗੇ, ਸਤਿਗੁਰ ਨਾਨਕ ਪ੍ਰਗਟਿਆ। ਹਾਂਜੀ, ਸਾਡੇ ਕੋਲ ਪਹਿਲਾ ਕਾਵਿ ਟੋਟਾ ਹੈ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰੂ ਪਲੋਆ। ਸਿੰਘ ਭੁੱਕੇ ਮਿਰਗਵਾਲੀ, ਪੰਨ ਜਾਏ ਨਾ ਤੀਰਥ ਰੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਹਾਂਜੀ, ਸਾਡੇ ਕੋਲ ਇਸ ਦੀ ਪ੍ਰਸੰਗ ਹੈ। ਇਹ ਕਾਵਿ ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ ਗੁਰਬਾਣੀ ਦੀ ਕੁੰਜੀ ਅਖਵਾਉਂਦੀਆਂ ਵਾਰਾਂ ਭਾਈ ਗੁਰਦਾਸ ਦਾ ਅੰਸ਼ ਹੈ ਅਤੇ 10ਵੀਂ ਜਮਾਤ ਦੀ ਪੁਸਤਕ ਸਾਹਿਤ ਮਾਲਾ ਵਿੱਚ ਗੁਰਮਤਿ ਭਾਗ ਅਧੀਨ ਸ੍ਰੀ ਸਤਿਗੁਰ ਨਾਨਕ ਪ੍ਰਗਟਿਆ ਸਿਰਲੇਖ ਹੇਠ ਦਰਜ ਹੈ। ਹਾਂਜੀ, ਇਸ ਕਾਵਿ ਟੋਟੇ ਦਾ ਸਿਰਲੇਖ ਕੀ ਹੈ? ਸਤਿਗੁਰ ਨਾਨਕ ਪ੍ਰਗਟਿਆ। ਇਸ ਵਿੱਚ ਭਾਈ ਸਾਹਿਬ ਕਲਯੁਗ ਦੀ ਭਿਆਨਕ ਦੁਰਦਸ਼ਾ ਨੂੰ ਪਿਛੋਕੜ ਵਿੱਚ ਰੱਖਦੇ ਹੋਏ ਦੱਸਦੇ ਹਨ ਕਿ ਇਹ ਦੁਰਦਸ਼ਾ ਦਾ ਉਧਾਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਅਤੇ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੇ ਪ੍ਰਕਾਸ਼ ਨਾਲ ਦੂਰ ਕੀਤਾ। ਹਾਂਜੀ, ਸਾਡੇ ਕੋਲ ਇਸ ਕਾਵਿ ਟੋਟੇ ਦੀ ਵਿਆਖਿਆ ਹੈ। ਭਾਈ ਗੁਰਦਾਸ ਜੀ ਦੱਸਦੇ ਹਨ ਕਿ ਜਦੋਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਹਰ ਪਾਸੇ ਅਗਿਆਨਤਾ ਦਾ ਹਨੇਰਾ ਪਰਸਿਆ ਹੋਇਆ ਸੀ। ਗੁਰੂ ਜੀ ਨੇ ਗਿਆਨ ਦੇ ਪ੍ਰਕਾਸ਼ ਨਾਲ ਉਸ ਹਨੇਰੇ ਨੂੰ ਦੂਰ ਕੀਤਾ। ਜਿਵੇਂ ਸੂਰਜ ਚੜ੍ਹਨ ਨਾਲ ਤਾਰੇ ਛਿਪ ਜਾਂਦੇ ਹਨ ਅਤੇ ਹਨੇਰਾ ਦੂਰ ਹੋ ਜਾਂਦਾ ਹੈ, ਜਿਵੇਂ ਜੰਗਲਾਂ ਵਿੱਚ ਸ਼ੇਰ ਦੀ ਦਹਾੜ ਸੁਣ ਕੇ ਹਿਰਨਾਂ ਦੀ ਡਾਰ ਵਿੱਚ ਭਾਜੜ ਪੈ ਜਾਂਦੀ ਹੈ ਅਤੇ ਧੀਰਜ ਨਹੀਂ ਧਰਦੀ, ਉਸ ਪ੍ਰਕਾਰ ਪਾਪਾਂ ਦਾ ਵੰਜ ਕਰਨ ਵਾਲਿਆਂ ਨੂੰ ਭਾਜੜ ਪੈ ਗਈ ਹੈ। ਜਿਸ ਥਾਂ ਬਾਬਾ ਜੀ ਦੇ ਚਰਨ ਪਏ, ਉਹ ਥਾਵਾਂ ਪੂਜਨਯੋਗ ਹੋ ਗਈਆਂ। ਹਾਂਜੀ, ਇਸੇ ਦੇ ਨਾਲ ਸਾਡਾ ਪਹਿਲਾ ਕਾਵਿ ਟੋਟਾ ਕੰਪਲੀਟ ਹੁੰਦਾ ਅਤੇ ਹੁਣ ਅਸੀਂ ਦੂਸਰਾ ਕਾਵਿ ਟੋਟਾ ਕਰਾਂਗੇ। ਸਿਧਾਸਣ ਸਭ ਜਗਤ ਦੇ ਨਾਨਕ, ਆਦਿ ਮਤੇ ਜੇ ਕੋਆ। ਕਰ ਕਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਵੇ ਸੋਆ। ਬਾਬੇ ਤਾਰ ਚਾਰ ਚੱਕ ਨੁਖੰਡੇ, ਪ੍ਰਿਥਵੀ ਸਚਰੋਆ। ਗੁਰਮੁਖ ਕਲ ਵਿੱਚ ਪ੍ਰਗਟਵਾ ਹੋਆ। ਹਾਂਜੀ, ਸਾਡੇ ਕੋਲ ਇਸ ਦੀ ਪ੍ਰਸੰਗ ਹੈ। ਇਹ ਕਾਵਿ ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ ਗੁਰਬਾਣੀ ਦੀ ਕੁੰਜੀ ਅਖਵਾਉਂਦੀਆਂ ਵਾਰਾਂ ਭਾਈ ਗੁਰਦਾਸ ਦਾ ਅੰਸ਼ ਹੈ। 10ਵੀਂ ਜਮਾਤ ਦੀ ਪੁਸਤਕ ਸਾਹਿਤ ਮਾਲਾ ਵਿੱਚ ਗੁਰਮਤਿ ਭਾਗ ਅਧੀਨ ਸਤਿਗੁਰ ਨਾਨਕ ਪ੍ਰਗਟਿਆ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਕਲਯੁਗ ਦੀ ਭਿਆਨਕ ਦੁਰਦਸ਼ਾ ਨੂੰ ਪਿਛੋਕੜ ਵਿੱਚ ਰੱਖਦੇ ਹੋਏ ਦੱਸਦੇ ਹਨ ਕਿ ਇਸ ਦੁਰਦਸ਼ਾ ਦਾ ਉਧਾਰ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਅਤੇ ਅਗਿਆਨਤਾ ਦੇ ਹਨੇਰੇ ਨੂੰ ਗਿਆਨ ਦੇ ਪ੍ਰਕਾਸ਼ ਨਾਲ ਦੂਰ ਕੀਤਾ। ਹਾਂਜੀ, ਜਿਵੇਂ ਅਸੀਂ ਜਾਣਦੇ ਹਾਂ ਕਿ ਲਗਭਗ ਜੋ ਪ੍ਰਸੰਗ ਹੈ ਉੱਪਰ ਵਾਲੇ ਦੀ ਅਤੇ ਸੇਮ ਵਾਲੇ ਦੀ ਸੇਮ ਹੀ ਹੈ। ਤਾਂ ਇਸ ਲਈ ਸਾਨੂੰ ਜੇਕਰ ਅਸੀਂ ਇੱਕ ਦੀ ਵੀ ਯਾਦ ਕਰ ਲਵਾਂਗੇ ਤਾਂ ਅਸੀਂ ਦੂਸਰੇ ਦੀ ਵੀ ਲਿਖ ਸਕਦੇ ਹਾਂ। ਹੁਣ ਅਸੀਂ ਇਸ ਦੀ ਵਿਆਖਿਆ ਪੜ੍ਹਾਂਗੇ। ਭਾਈ ਗੁਰਦਾਸ ਜੀ ਦੱਸਦੇ ਹਨ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਵਿਚਾਰਾਂ ਅਤੇ ਪਵਿੱਤਰ ਸ਼ਖਸੀਅਤ ਦਾ ਅਜਿਹਾ ਪ੍ਰਭਾਵ ਸੀ ਕਿ ਸੰਸਾਰ ਵਿੱਚ ਜਿੰਨੀਆਂ ਵੀ ਪ੍ਰਸਿੱਧ ਥਾਵਾਂ ਹਨ, ਉਹ ਸਾਰੀਆਂ ਗੁਰੂ ਦੇ ਆਸਣ ਦੇ ਨਾਂ ਨਾਲ ਪ੍ਰਸਿੱਧ ਹੋ ਗਈਆਂ ਅਤੇ ਸਿੱਧਾਂ ਦੇ ਸਾਰੇ ਅਸਥਾਨ ਗੁਰੂ ਦੇ ਘਰ ਬਣ ਗਏ। ਘਰ ਅੰਦਰ ਧਰਮਸ਼ਾਲਾ ਬਣ ਗਈਆਂ ਅਤੇ ਕੀਰਤਨ ਹੋਣ ਲੱਗ ਪਿਆ, ਜਿਵੇਂ ਹਰ ਘਰ ਵਿਸਾਖੀ ਦੀ ਖੁਸ਼ੀ ਵਿੱਚ ਕੀਰਤਨ ਹੋ ਰਿਹਾ ਹੋਵੇ। ਬਾਬਾ ਜੀ ਨੇ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ। 9 ਖੰਡਾਂ ਵਿੱਚ ਸੱਚ ਦਾ ਪ੍ਰਕਾਸ਼ ਫੈਲ ਗਿਆ। ਕਲਯੁਗ ਦੇ ਭਿਆਨਕ ਸਮੇਂ ਵਿੱਚ ਅਵਤਾਰ ਧਾਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਦਾ ਭਲਾ ਕਰ ਦਿੱਤਾ। ਹਾਂਜੀ, ਇਸ ਕਵਿਤਾ ਸਤਿਗੁਰੂ ਨਾਨਕ ਪ੍ਰਗਟਿਆ ਦਾ ਕੇਂਦਰੀ ਭਾਵ ਹੁਣ ਅਸੀਂ ਪੜ੍ਹਾਂਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਸਾਰ ਵਿੱਚ ਪਸਰਿਆ ਅਗਿਆਨਤਾ ਦਾ ਹਨੇਰਾ ਅਤੇ ਪਾਪਾਂ ਦਾ ਨਾਸ਼ ਹੋ ਗਿਆ। ਗੁਰੂ ਜੀ ਨੇ ਥਾਂ ਥਾਂ ਜਾ ਕੇ ਸੱਚ ਤੇ ਧਰਮ ਦਾ ਪ੍ਰਚਾਰ ਕੀਤਾ। ਇਸ ਪ੍ਰਕਾਰ ਗੁਰੂ ਜੀ ਨੇ ਚਾਰੇ ਦਿਸ਼ਾਵਾਂ ਅਤੇ 9 ਖੰਡ ਪ੍ਰਿਥਵੀ ਨੂੰ ਤਾਰ ਦਿੱਤਾ। ਹਾਂਜੀ, ਸਾਡੇ ਕੋਲ ਹੁਣ ਵਸਤੂਨਿਸ਼ਟ ਪ੍ਰਸ਼ਨ ਪੜ੍ਹਾਂਗੇ ਅਸੀਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿੱਚ ਜਨਮ ਲੈਣ ਨਾਲ ਕੀ ਮਿਟ ਗਿਆ? ਅਗਿਆਨਤਾ ਦਾ ਹਨੇਰਾ। ਦੂਸਰਾ ਪ੍ਰਸ਼ਨ, ਸ਼ੇਰ ਦੇ ਭੁੱਕਣ ਨਾਲ ਕਿਸ ਦਾ ਧੀਰਜ ਟੁੱਟ ਜਾਂਦਾ ਹੈ? ਹਿਰਨਾਂ ਦਾ। ਹਾਂਜੀ, ਤੀਸਰਾ ਪ੍ਰਸ਼ਨ, ਜਿਸ ਥਾਂ ਗੁਰੂ ਜੀ ਨੇ ਪੈਰ ਧਾਰੇ, ਉਹ ਥਾਵਾਂ ਕੀ ਬਣ ਗਈਆਂ ਹਨ? ਪੂਜਨਯੋਗ। ਚਾਰੇ ਦਿਸ਼ਾਵਾਂ ਤੇ 9 ਖੰਡਾਂ ਨੂੰ ਕਿਸ ਨੇ ਤਾਰਿਆ? ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਪੰਜਵਾਂ ਪ੍ਰਸ਼ਨ, ਗੁਰੂ ਜੀ ਦੇ ਪ੍ਰਭਾਵਾਂ ਨਾਲ ਸਿੱਧਾਂ ਦੇ ਆਸਣ ਕਿਹੋ ਜਿਹੇ ਬਣ ਗਏ ਹਨ? ਗੁਰੂ ਨਾਨਕ ਦੇ ਆਸਣ। ਛੇਵਾਂ ਪ੍ਰਸ਼ਨ, ਥਾਂ ਥਾਂ ਘਰ ਘਰ ਕੀ ਹੋਣ ਲੱਗਾ? ਕੀਰਤਨ।
प्रश्न 7वां, गुरु नानक देव जी किस युग विच प्रगट होए? कलयुग विच। प्रश्न 8वां, गुरु नानक देव जी के जन्म नाल काहदा प्रकाश हो गया? ज्ञान का। हाँ जी, इस नाल साडे कोल पहली पोइम साडी कंप्लीट हुंदी है ते हुण असीं दूसरी पढ़ांगे। देख पराइया चंगिया। हाँ जी, साडे कोल पहला काव्य टोटा है। देख पराइया चंगिया, मावा भैणा तिया जाने, उस सवार उस गाए है पर तन हिंदू मुसलमान। पुत्र कलत कुटुंब देख मोहे मोहना तोए तियाने, उस्तत निंदा कन सुन आपू बुरा ना आखन वखाने। वड प्रताप न आप गुण कर, अमन न किसे रवाने। गुरमुख सुख फल पाया, राज जोगु रस रलिया माने। साध संगत विटू कुर्बान। हाँ जी, साढ़े को इसदी प्रसंग है। ये काव्य टोटा भाई गुरदास जी द्वारा रचित गुरबाणी की कुंजी अखवाउण दा वारा भाई गुरदास जी का अंश है। 10वीं जमात की पुस्तक ਸਾਹਿਤਮਾਲਾ ਵਿੱਚ ਗੁਰਮਤਿ ਭਾਗ ਅਧੀਨ ਦੇਖ ਪਰਾਈਆਂ ਚੰਗੀਆਂ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਦੁਆਰਾ ਇੱਕ ਸਿੱਖ ਨੂੰ ਨੇਕ ਆਚਰਨ ਦੇ ਕੁਝ ਜ਼ਰੂਰੀ ਨੁਕਤਿਆਂ ਤੋਂ ਜਾਣੂ ਕਰਵਾਇਆ ਗਿਆ ਹੈ। हाँ जी, इसकी व्याख्या है। भाई गुरदास जी लिखते हैं कि गुरसिख का फर्ज है कि वह पराइया सुंदरिया इस्त्रियां नूं देख के उम्र विच वड्डियां नूं मावां ते बराबर दियां नूं भैणां ते छोटियां नूं अपनियां धीआं समझे। वह पराए तन नूं हड़प नहीं सकदा, क्योंकि पराया तन हिंदू लई गऊ अते मुसलमान लई सूर दा मांस खाण दे बराबर है। गुरसिख नूं पुੱਤਰ इस्त्री ते होर परिवार दे मोह विच प्यार आके उन्हां दी खातर किसी नाल धक्का नहीं करना चाहिदा। ओह पराई उस्तत अते निंदिया अपने कंन नाल भावें सुन लवे, पर उसनूं अपने मूँह नाल किसी दी झूठी वडियाई अते बुराई नहीं करेगा। ओह अपने आप नूं वड्डे प्रताप वाला ना समझे ਅਤੇ ਨਾ ਹੀ ਹੰਕਾਰ ਵਿੱਚ ਆ ਕੇ ਕਿਸੇ ਨੂੰ ਦੁੱਖ ਦੇਵੇ। ਅਜਿਹੀ ਸ਼ਖਸੀਅਤ ਵਾਲੇ ਮਨੁੱਖ ਨੂੰ ਸਹਿਜ ਆਨੰਦ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਸੰਸਾਰ ਵਿੱਚ ਜੋ ਕਮਾਉਂਦੇ ਆਨੰਦ ਨੂੰ ਮਾਣਦੇ ਹਨ। ਅਜਿਹੀ ਸਾਧ ਸੰਗਤ ਤੋਂ ਮੈਂ ਕੁਰਬਾਨ ਚਾਹੁੰਦਾ ਹਾਂ ਜੋ ਗੁਰਸਿੱਖ ਨੂੰ ਅਜਿਹੇ ਉੱਚੇ ਨੈਤਿਕ ਗੁਣਾਂ ਦੀ ਬਖਸ਼ਿਸ਼ ਕਰਦੀ ਹੈ। ਹਾਂਜੀ, ਹੁਣ ਸਾਡੇ ਕੋਲ ਇਸ ਕਵਿਤਾ ਦਾ ਕੇਂਦਰੀ ਭਾਵ ਹੈ। ਉੱਚੇ ਨੈਤਿਕ ਗੁਣਾਂ ਦਾ ਮਾਲਿਕ ਗੁਰਸਿੱਖ ਜੋ ਗੁਣ ਉਸ ਨੂੰ ਸਾਧ ਸੰਗਤ ਤੋਂ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਨੈਤਿਕ ਗੁਣਾਂ ਕਾਰਨ ਉਹ ਪਰਾਈਆਂ ਇਸਤਰੀਆਂ ਨੂੰ ਮਾਵਾਂ ਧੀਆਂ ਅਤੇ ਭੈਣਾਂ ਸਮਝਦਾ ਹੈ ਅਤੇ ਪਰਾਏ ਹੱਕ ਪਰਿਵਾਰਿਕ ਮੋਹ ਹੰਕਾਰ ਅਤੇ ਉਸਤ ਨਿੰਦਿਆ ਤੋਂ ਬਚਦਾ ਹੈ। ਉਹ ਸੁੱਖ ਫਲ ਨੂੰ ਪ੍ਰਾਪਤ ਕਰਦਾ ਹੈ ਅਤੇ ਰਾਜਯੋਗ ਦਾ ਆਨੰਦ ਮਾਣਦਾ ਹੈ। ਹਾਂਜੀ, ਹੁਣ ਅਸੀਂ ਵਸਤੂਨਿਸ਼ਟ ਪ੍ਰਸ਼ਨ ਪੜ੍ਹਾਂਗੇ। ਗੁਰਸਿੱਖ ਨੂੰ ਪਰਾਈਆਂ ਇਸਤਰੀਆਂ ਨੂੰ ਕੀ ਸਮਝਣਾ ਚਾਹੀਦਾ ਹੈ? ਮਾਵਾਂ ਧੀਆਂ ਅਤੇ ਭੈਣਾਂ। ਹਿੰਦੂ ਲਈ ਪਰਾਇਆ ਤਨ ਕੀ ਖਾਣ ਦੇ ਬਰਾਬਰ ਹੈ? ਗਊ ਦਾ ਮਾਸ ਖਾਣ ਦੇ। ਮੁਸਲਮਾਨ ਲਈ ਪਰਾਇਆ ਤਨ ਕਿਸ ਦੇ ਬਰਾਬਰ ਹੈ? ਸੂਰ ਦਾ ਮਾਸ ਖਾਣ ਦੇ। ਹਾਂਜੀ, ਚੌਥਾ ਪ੍ਰਸ਼ਨ, ਕੌਣ ਸੁੱਖ ਫਲ ਪ੍ਰਾਪਤ ਕਰਦਾ ਹੈ ਅਤੇ ਰਾਜ ਯੋਗ ਦਾ ਰਸ ਮਾਣਦਾ ਹੈ? ਗੁਰਸਿੱਖ। ਗੁਰਮੁਖ ਕਿਹਨਾਂ ਤੋਂ ਕੁਰਬਾਨ ਜਾਂਦਾ ਹੈ? ਸਾਧ ਸੰਗਤ ਤੋਂ। ਹਾਂਜੀ, ਭਾਈ ਗੁਰਦਾਸ ਜੀ ਦਾ ਜਨਮ ਕਦੋਂ ਹੋਇਆ? 1559 ਈਸਵੀ ਨੂੰ, 1559 ਈਸਵੀ ਨੂੰ। ਭਾਈ ਗੁਰਦਾਸ ਜੀ ਨੇ ਪੰਜਾਬੀ ਵਿੱਚ ਕਿੰਨੀਆਂ ਵਾਰਾਂ ਲਿਖੀਆਂ? 40। ਭਾਈ ਗੁਰਦਾਸ ਜੀ ਕਿਸ ਕਾਵਿ ਧਾਰਾ ਦੇ ਕਵੀ ਹਨ? ਗੁਰਮਤਿ ਕਾਵਿ ਧਾਰਾ ਦੇ। ਗੁਰਬਾਣੀ ਦੀ ਕੁੰਜੀ ਕਿਸ ਦੀਆਂ ਵਾਰਾਂ ਨੂੰ ਕਿਹਾ ਜਾਂਦਾ ਹੈ? ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਦੀਆਂ ਪਾਠਕ੍ਰਮ ਵਿੱਚ ਦਰਜ ਰਚਨਾਵਾਂ ਦੇ ਨਾਮ ਸਤਿਗੁਰੂ ਨਾਨਕ ਪ੍ਰਗਟਿਆ, ਦੇਖ ਪਰਾਈਆ ਚੰਗਿਆ, ਆਪ ਭਲਾ ਸਭ ਜਗ ਭਲਾ, ਅਕ੍ਰਿਤ ਕਣ। ਹਾਂਜੀ, ਇਸ ਨਾਲ ਸਾਡੇ ਕੋਲ ਦੂਸਰੀ ਕਵਿਤਾ ਕੰਪਲੀਟ ਹੁੰਦੀ ਹੈ ਅਤੇ ਹੁਣ ਅਸੀਂ ਤੀਸਰੀ ਪੜ੍ਹਾਂਗੇ। ਆਪ ਭਲਾ ਸਭ ਜਗ ਭਲਾ। ਹਾਂਜੀ, ਆਪ ਭਲਾ ਸਭ ਜਗ ਭਲਾ, ਭਲਾ ਸਭਨਾ ਕਰ ਦੇਖ, ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰਾ ਦੇ ਲੇਖ। ਕਿਸਨੂੰ ਸਹਾਈ ਭਾਨਵਾ ਪਾਏ, ਭਗਤ ਕਿਰਤੁ ਵਿਸੇਖੇ, ਪਾਏ ਵੈਰ ਪਾਓ ਚਿੱਤ ਕੈਰਵਾ, ਗਣਤੀ ਗਣਨ ਅੰਤਰ ਕਲੇਖੇ। ਭਲਾ ਬੁਰਾ ਪਰਵੰਨਿਆ, ਪਾਲਨ ਗਏ ਦਿਸ਼ਟੇ ਸਰੇਖੇ, ਬੁਰਾ ਨਾ ਕੋਈ युधिष्ठिर दुर्योधन को भला ना देखे, करवे होए सो टोटी देखे।
हाँ जी, साडे कोल इसदी प्रसंग है। काव्य टोटा भाई गुरदास जी द्वारा रचित गुरबाणी दी कुंजिया कही जाण वाली वाਰਾਂ भाई गुरदास ਦਾ ਅੰਸ਼ ਹੈ ਅਤੇ 10ਵੀਂ ਜਮਾਤ ਦੀ ਪੁਸਤਕ ਸਾਹਿਤ ਮਾਲਾ ਵਿੱਚ ਗੁਰਮਤਿ ਕਾਵਿ ਭਾਗ ਅਧੀਨ ਆਪ ਭਲਾ ਸਭ ਜਗ ਭਲਾ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਦੱਸਦੇ ਹਨ ਕਿ ਹਰੇਕ ਮਨੁੱਖ ਨੂੰ ਉਸ ਦੀ ਆਪਣੀ ਭਾਵਨਾ ਅਨੁਸਾਰ ਹੀ ਫਲ ਪ੍ਰਾਪਤ ਹੁੰਦਾ ਹੈ। ਚੰਗੇ ਨੂੰ ਸਾਰੇ ਚੰਗੇ ਲੱਗਦੇ ਹਨ ਅਤੇ ਬੁਰੇ ਵਿਅਕਤੀਆਂ ਨੂੰ ਸਾਰੇ ਬੁਰੇ ਹੀ ਲੱਗਦੇ ਹਨ। ਹਾਂਜੀ, ਸਾਡੇ ਕੋਲ ਇਸ ਦੀ ਵਿਆਖਿਆ ਹੈ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਭਲਾ ਕਰਨ ਵਾਲੇ ਨੂੰ ਸਾਰਾ ਸੰਸਾਰ ਭਲਾ ਦਿਸਦਾ ਹੈ ਅਤੇ ਉਹ ਸਾਰਿਆਂ ਨੂੰ ਭਲਾ ਮਨੁੱਖ ਕਰਕੇ ਹੀ ਦੇਖਦਾ ਹੈ। ਜਿਹੜਾ ਆਪ ਬੁਰਾ ਕਰਦਾ ਉਸ ਨੂੰ ਸਾਰਾ ਸੰਸਾਰ ਬੁਰਾ ਦਿਖਦਾ ਹੈ। ਕ੍ਰਿਸ਼ਨ ਜੀ ਨੇ ਪਾਂਡਵਾਂ ਦੀ ਸਹਾਇਤਾ ਇਸ ਲਈ ਕੀਤੀ ਕਿਉਂਕਿ ਉਹਨਾਂ ਵਿੱਚ ਭਗਤੀ ਦੀ ਭਾਵਨਾ ਬਹੁਤ ਸੀ। ਕੌਰਵਾਂ ਦੇ ਦਿਲ ਵਿੱਚ ਕੀ ਸੀ? ਵੈਰ। ਉਹ ਦਿਲ ਵਿੱਚ ਵੈਰਾਂ ਦੀ ਹੀ ਗਿਣਤੀ ਰੱਖਦੇ ਸਨ। ਅੰਤ ਉਹਨਾਂ ਨੂੰ ਕਾਲਕ ਦਾ ਹੀ ਟਿੱਕਾ ਮਿਲਿਆ। ਦੋ ਮਿਥਿਹਾਸਿਕ ਰਾਜਿਆਂ ਵਿੱਚ ਭਲਾ ਅਤੇ ਬੁਰਾ ਲੱਭਣ ਦੀ ਦ੍ਰਿਸ਼ਟੀ ਇੱਕੋ ਜਿਹੀ ਨਹੀਂ ਹੁੰਦੀ। ਯੁਧਿਸ਼ਟਰ ਨੂੰ ਕੋਈ ਬੁਰਾ ਅਤੇ ਦੁਰਯੋਧਨ ਨੂੰ ਕੋਈ ਚੰਗਾ ਨਾ ਲੱਭਿਆ। ਅਸਲ ਵਿੱਚ ਜੋ ਕੁਝ ਲੋਟੇ ਵਿੱਚ ਹੁੰਦਾ ਹੈ ਉਹ ਉਸਦੀ ਟੂਟੀ ਦੀ ਤਾਰ ਵਿੱਚੋਂ ਬਾਹਰ ਵਹਿ ਤੁਰਦਾ ਹੈ। ਭਾਵ ਭਲੇ ਨੂੰ ਸਾਰੇ ਭਲੇ ਦਿਖਦੇ ਹਨ ਅਤੇ ਬੁਰੇ ਨੂੰ ਬੁਰੇ। ਹਾਂਜੀ, ਸਾਡੇ ਕੋਲ ਇਸ ਦਾ ਕੇਂਦਰੀ ਭਾਵ ਹੈ। ਭਲੇ ਮਨੁੱਖ ਨੂੰ ਯੁਧਿਸ਼ਟਰ ਵਾਂਗ ਸਾਰਾ ਸੰਸਾਰ ਭਲਾ ਅਤੇ ਬੁਰੇ ਮਨੁੱਖ ਨੂੰ ਦੁਰਯੋਧਨ ਵਾਂਗ ਸਾਰਾ ਸੰਸਾਰ ਬੁਰਾ ਦਿਸਦਾ ਹੈ। ਹਰ ਇੱਕ ਮਨੁੱਖੀ ਜੀਵ ਨੂੰ ਆਪਣੀ ਭਾਵਨਾ ਦਾ ਫਲ ਪ੍ਰਾਪਤ ਹੁੰਦਾ ਹੈ, ਜਿਸ ਕਰਕੇ ਪਾਂਡਵ ਸ਼੍ਰੀ ਕ੍ਰਿਸ਼ਨ ਜੀ ਦੇ ਪਿਆਰ ਅਤੇ ਕੌਰਵਾਂ ਉਹਨਾਂ ਦੇ ਤਿਰਸਕਾਰ ਦੇ ਪਾਤਰ ਬਣੇ। ਹਾਂਜੀ, ਇਸ ਦੇ ਵਸਤੂਨਿਸ਼ਟ ਪ੍ਰਸ਼ਨ ਹੈ। ਜਿਹੜਾ ਆਪ ਭਲਾ ਹੁੰਦਾ ਉਸ ਨੂੰ ਸਾਰਾ ਸੰਸਾਰ ਕਿਹੋ ਜਿਹਾ ਲੱਗਦਾ ਹੈ? ਹੁਣ ਅਸੀਂ ਪੜ੍ਹਿਆ, ਇਸ ਦਾ ਆਨਸਰ ਬਹੁਤ ਹੀ ਈਜ਼ੀ ਹੈ। ਭਲੇ ਨੂੰ ਸਾਰਾ ਸੰਸਾਰ ਭਲਾ ਲੱਗਦਾ ਹੈ ਅਤੇ ਕਿਸ ਨੂੰ ਸਾਰਾ ਸੰਸਾਰ ਬੁਰਾ ਲੱਗਦਾ ਹੈ? ਬੁਰੇ ਨੂੰ। ਕ੍ਰਿਸ਼ਨ ਨੇ ਪਾਂਡਵਾਂ ਦੀ ਮਦਦ ਉਹਨਾਂ ਦੇ ਕਿਸ ਗੁਣ ਕਰਕੇ ਕੀਤੀ? ਭਗਤੀ ਭਾਵਨਾ ਕਰਕੇ। ਹਾਂਜੀ, ਕੌਰਵਾਂ ਦੇ ਦਿਲ ਵਿੱਚ ਕੀ ਸੀ? ਵੈਰ ਭਾਵ। ਲੋਟੇ ਦੀ ਟੂਟੀ ਵਿੱਚੋਂ ਕੀ ਬਾਹਰ ਨਿਕਲਦਾ ਹੈ? ਜੋ ਲੋਟੇ ਵਿੱਚ ਹੁੰਦਾ ਹੈ। ਹਾਂਜੀ, ਸਾਡੇ ਕੋਲ ਚੌਥੀ ਕਵਿਤਾ ਹੈ ਅਕ੍ਰਿਤਕਣ। ਨਾ ਤਿਸ ਪਾਰੇ ਪਰਬਤ ਅਸਮਾਨ ਕਹਿੰਦੇ, ਨਾ ਤਿਸ ਪਾਰੇ ਕੋਟਗੜ ਘਰ ਬਾਰ ਦਿਸੰਦੇ, ਨਾ ਤਿਸ ਪਾਰੇ ਸਾਇਰਾ ਨਦ ਵਾ ਵਹਿੰਦੇ, ਨਾ ਤਿਸ ਪਾਰੇ ਤਰੁਵਰਾ ਫਲ ਸੁਬਲ ਫਲੰਦੇ, ਨਾ ਤਿਸ ਪਾਰੇ ਜੀ ਜੰਤ ਅਣਗਿਣਤ ਫਿਰੰਦੇ, ਪਾਰੇ ਪੁਈ ਅਕ੍ਰਿਤਕਣ ਮੰਦੀ ਹੂ ਮੰਦੇ। ਹਾਂਜੀ, ਸਾਡੇ ਕੋਲ ਇਸ ਦੀ ਪ੍ਰਸੰਗ ਹੈ। ਇਹ ਕਾਵਿ ਟੋਟਾ ਭਾਈ ਗੁਰਦਾਸ ਜੀ ਦੁਆਰਾ ਰਚਿਤ ਗੁਰਬਾਣੀ ਦੀ ਕੁੰਜੀ ਕਹੀਆਂ ਜਾਣ ਵਾਲੀਆਂ ਵਾਰਾਂ ਭਾਈ ਗੁਰਦਾਸ ਜੀ ਦਾ ਅੰਸ਼ ਹੈ ਅਤੇ 10ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤ ਮਾਲਾ ਵਿੱਚ ਗੁਰਮਤਿ ਭਾਗ ਅਧੀਨ ਅਕ੍ਰਿਤਕਣ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਭਾਈ ਸਾਹਿਬ ਨੇ ਕਿਸੇ ਦੁਆਰਾ ਕੀਤੀ ਨੇਕੀ ਨੂੰ ਭੁੱਲ ਜਾਣ ਅਤੇ ਮਨੁੱਖ ਨੂੰ ਦੁਰਦਸ਼ਾ ਦਾ ਬਿਆਨ ਕੀਤਾ ਹੈ। ਹਾਂਜੀ, ਸਾਡੇ ਕੋਲ ਵਿਆਖਿਆ ਹੈ। ਭਾਈ ਸਾਹਿਬ ਲਿਖਦੇ ਹਨ ਕਿ ਧਰਤੀ ਨੂੰ ਆਸਮਾਨ ਨਾਲ ਖਿੰਦੇ ਹੋਏ ਉੱਚੇ ਪਹਾੜ ਭਾਰੇ ਨਹੀਂ ਲੱਗਦੇ। ਉਸ ਨੂੰ ਕੋਟਗੜ ਤੇ ਘਰ-ਬਾਰ ਜੋ ਸਾਨੂੰ ਦਿਸਦੇ ਹਨ ਉਹ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਸਮੁੰਦਰ ਅਤੇ ਵਗਦੇ ਹੋਏ ਨਦੀਆਂ ਦਰਿਆ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਚੰਗੇ ਫਲਾਂ ਨਾਲ ਭਰੇ ਹੋਏ ਰੁੱਖ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਇੱਧਰ ਉੱਧਰ ਘੁੰਮ ਰਹੇ ਅਣਗਿਣਤ ਜੀਵ ਜੰਤੂ ਵੀ ਭਾਰੇ ਨਹੀਂ ਲੱਗਦੇ। ਉਸ ਨੂੰ ਤਾਂ ਕੇਵਲ ਅਕ੍ਰਿਤਕਣ ਮਨੁੱਖ ਭਾਰੇ ਲੱਗਦੇ ਹਨ ਕਿਉਂਕਿ ਉਹ ਮੰਦਿਆਂ ਤੋਂ ਵੀ ਮੰਦੇ ਹੁੰਦੇ ਹਨ। ਹਾਂਜੀ, ਸਾਡੇ ਕੋਲ ਕੇਂਦਰੀ ਭਾਵ ਹੈ। ਧਰਤੀ ਨੂੰ ਉੱਚੇ ਉੱਚੇ ਪਹਾੜ, ਸਮੁੰਦਰ, ਨਦੀਆਂ, ਦਰਿਆ, ਕੋਟਗੜ, ਘਰ ਬਾਰ, ਫਲ ਨਾਲ ਭਾਰੇ ਹੋਏ ਮਨੁੱਖ ਅਤੇ ਅਣਗਿਣਤ ਜੀਵ ਜੰਤੂ ਭਾਰੇ ਨਹੀਂ ਲੱਗਦੇ। ਉਸ ਨੂੰ ਤਾਂ ਕੇਵਲ ਕਿਸੇ ਦੁਆਰਾ ਕੀਤੀ ਨੇਕੀ ਨੂੰ ਭੁੱਲ ਜਾਣ ਵਾਲੇ ਅਕ੍ਰਿਤਕਣ ਮਨੁੱਖ ਹੀ ਭਾਰੇ ਲੱਗਦੇ ਹਨ, ਜੋ ਕਿ ਮੰਦਿਆਂ ਤੋਂ ਵੀ ਮੰਦੇ ਹੁੰਦੇ ਹਨ। ਹਾਂਜੀ, ਸਾਡੇ ਕੋਲ ਇਸ ਦੇ ਵਸਤੂਨਿਸ਼ਟ ਪ੍ਰਸ਼ਨ ਹੈ। ਅਕ੍ਰਿਤਕਣ ਕਵਿਤਾ ਵਿੱਚ ਕਿਸ ਨੂੰ ਮੰਦਾ ਕਿਹਾ ਗਿਆ ਹੈ? ਅਕ੍ਰਿਤਕਣਾਂ ਨੂੰ। ਹਾਂਜੀ, ਧਰਤੀ ਨੂੰ ਕਿਸ ਦਾ ਭਾਰ ਲੱਗਦਾ ਹੈ? ਅਕ੍ਰਿਤਕਣਾਂ ਦਾ। ਅਕ੍ਰਿਤਕਣ ਕੌਣ ਹੁੰਦੇ ਹਨ? ਜੋ ਕਿਸੇ ਦੀ ਕੀਤੀ ਨੇਕੀ ਨਾ ਜਾਣਨ। ਧਰਤੀ ਨੂੰ ਕਿਸ ਦਾ ਭਾਰ ਨਹੀਂ ਲੱਗਦਾ? ਅਕ੍ਰਿਤਕਣਾਂ ਤੋਂ ਬਿਨਾਂ ਹੋਰ ਕਿਸੇ ਵੀ ਚੀਜ਼ ਦਾ ਭਾਰ ਨਹੀਂ ਲੱਗਦਾ, ਜਿਵੇਂ ਜੰਗਲ, ਰੁੱਖ, ਫਲ, ਘਰ-ਬਾਰ। ਹਾਂਜੀ, ਮੰਦਿਆਂ ਤੋਂ ਵੀ ਮੰਦੇ ਕੌਣ ਹੁੰਦੇ ਹਨ? ਅਕ੍ਰਿਤਕਣ। ਹਾਂਜੀ, ਇਸੀ ਕੁਐਸਚਨਾਂ ਨਾਲ ਤੇ ਸਾਡੀ ਚਾਰੋਂ ਪੋਇਮਸ ਕੰਪਲੀਟ ਹੁੰਦੀਆਂ ਨੇ।
Thank you for watching my video. Please like and subscribe my channel. Okay, bye bye everyone.